Hey guys, do you find it too hard to do true, false and not given type questions in IELTS reading? Well, then this video is definitely for you. Hello everyone, welcome to my channel. I am Ranbir Singh, your IELTS trainer, and in this video I'll tell you 3 simplest rules for doing true, false and not given type questions in IELTS reading. First rule is true plus true is always true. ਜੇ ਤੁਸੀਂ ਕੁਐਸਚਨ ਨੂੰ ਐਨਾਲਾਈਜ਼ ਕਰੋ, ਅੱਧਾ ਪਾਰਟ ਟਰੂ ਹੈ ਤੇ ਬਾਕੀ ਦਾ ਪਾਰਟ ਵੀ ਟਰੂ ਹੈ ਤੇ ਸਾਰਾ ਹੀ ਪੈਰਾਗ੍ਰਾਫ ਨਾਲ ਮੈਚ ਕਰ ਰਿਹਾ ਤਾਂ ਆਨਸਰ ਸਿੰਪਲੀ ਟਰੂ ਹੋਏਗਾ। ਸੈਕੰਡ ਰੂਲ ਇਜ਼ false plus not given is false। ਤੁਸੀਂ ਕੁਐਸਚਨ ਨੂੰ ਧਿਆਨ ਨਾਲ ਪੜੋ, ਉਹਨੂੰ ਪਾਰਟਸ ਵਿੱਚ ਸਪਲਿਟ ਕਰੋ ਜਿਹਦੇ ਵਿੱਚ ਕੁਝ ਪਾਰਟ false ਹੈ ਤੇ ਕੁਝ ਪਾਰਟ not given ਹੈ। ਭਾਵੇਂ ਕਿ ਮੈਜੋਰਿਟੀ ਪਾਰਟ ਤੁਹਾਨੂੰ not given ਲੱਗ ਰਿਹਾ ਪਰ ਕਿਤੇ ਵੀ ਉਹ ਆਨਸਰ false ਹੋ ਰਿਹਾ ਹੈ ਯਾਨੀ ਕਿ पैराग्राफ में कॉन्ट्राडिक्ट कर रहा है तो आंसर डेफिनेटली फॉल्स होएगा। थर्ड रूल इज नॉट गिवन प्लस ट्रू इज ऑलवेज नॉट गिवन। जे तुहानू कुछ पार्ट लग रहा है कि ट्रू है बट बाकी दा तुहानू किते भी नहीं मिल रहा, भावें कि लग रहा है कि उहदे नाल मिलदा जुलदा कुछ दिता है बट एग्जैक्टली नहीं मैच कर रहा तो आंसर हमेशा नॉट गिवन होएगा, फॉल्स या ट्रू नहीं होएगा। ये सब तो ज्यादा ट्रिकी वे है। हाँ जी, ਆਪਾਂ ਇਹਨਾਂ ਰੂਲਸ ਨੂੰ ਬੈਟਰ ਵੇ ਵਿੱਚ ਸਮਝਣ ਲਈ ਇਸ ਐਗਜ਼ਾਮਪਲ ਨੂੰ ਦੇਖਾਂਗੇ। ਪਹਿਲਾ ਕੁਐਸਚਨ ਨੰਬਰ 1 ਦੇਖੋ। The metal used in the float process had to have specific properties कि ਜਿਹੜੀ float process ਵਿੱਚ यूज होने वाली metal ਉਹਦੀਆਂ specific properties ਹੋਣੀਆਂ ਚਾਹੀਦੀਆਂ ਨੇ। ਹੁਣ ਪੈਰਾਗ੍ਰਾਫ ਤੇ ਆਜੋ, ਆਪਾਂ ਸਕੈਨ ਕੀਤਾ, ਇਸ ਕੁਐਸਚਨ ਦੀ ਲੋਕੇਸ਼ਨ A ਰਹੀ। The metal had to melt at a temperature less than the hardening point of glass कि ਜਿਹੜਾ ਮੈਟਲ ਦਾ ਮੈਲਟਿੰਗ ਪੁਆਇੰਟ ਗਲਾਸ ਦੇ ਹਾਰਡਨਿੰਗ ਪੁਆਇੰਟ ਤੋਂ ਘੱਟ ਹੋਣਾ ਚਾਹੀਦਾ, ਮਤਲਬ 600 ਡਿਗਰੀ ਸੈਲਸੀਅਸ ਤੋਂ ਘੱਟ ਹੋਣਾ ਚਾਹੀਦਾ, ਬਟ ਨਾਟ ਬੋਇਲ ਐਟ ਅ ਟੈਂਪਰੇਚਰ ਬਿਲੋ ਦ ਟੈਂਪਰੇਚਰ ਆਫ ਦ ਮੋਲਟਨ ਗਲਾਸ ਅਬਾਊਟ 1500 ਡਿਗਰੀ ਸੈਲਸੀਅਸ। ਪਰ ਜਿਹੜਾ ਦਾ ਬੋਇਲਿੰਗ ਪੁਆਇੰਟ ਹੈ ਉਹ ਮੋਲਟਨ ਗਲਾਸ ਦੇ ਟੈਂਪਰੇਚਰ ਤੋਂ ਘੱਟ ਨਹੀਂ ਹੋਣਾ ਚਾਹੀਦਾ। ਇਹਦੀਆਂ ਫਿਜ਼ੀਕਲ ਪ੍ਰੋਪਰਟੀਜ਼ ਨੇ। ਕੁਐਸਚਨ ਵਿੱਚ ਕੀ ਪੁੱਛਿਆ ਕਿ ਮੈਟਲ ਦੀਆਂ ਸਪੈਸੀਫਿਕ ਪ੍ਰੋਪਰਟੀਜ਼ ਹੋਣੀ ਚਾਹੀਦੀਆਂ ਨੇ ਤਾਂ ਇੱਥੋਂ ਆਪਾਂ ਨੂੰ ਕੰਡੀਸ਼ਨ ਮਿਲ ਗਈ ਕਿ ਹਾਂ ਇਹ ਕੰਡੀਸ਼ਨਸ ਨੂੰ ਸੈਟੀਸਫਾਈ ਕਰਨੀ ਹੋਣੀ ਚਾਹੀਦੀ ਮੈਟਲ, ਤਾਂ ਇਹਦਾ ਆਨਸਰ ਕੀ ਆ ਗਿਆ? ਟਰੂ। ਕਿਉਂਕਿ ਆਪਾਂ ਮੈਟਲ ਦੀ ਲੋਕੇਸ਼ਨ ਲੱਭੀ, ਮੈਟਲ ਦਿੱਤੀ ਹੋਈ ਹੈ, ਫਲੋਟ ਪ੍ਰੋਸੈਸ ਵਿੱਚ ਯੂਜ਼ ਕੀਤੀ ਜਾਂਦੀ ਹੈ, ਯੈਸ, ਉਹਦੀਆਂ ਸਪੈਸੀਫਿਕ ਪ੍ਰੋਪਰਟੀਜ਼ ਹੋਣੀਆਂ ਚਾਹੀਦੀਆਂ ਨੇ, ਯੈਸ। ਦੈਟ ਮੀਨਸ ਇੱਥੇ ਆਪਾਂ ਨੂੰ ਸਾਰਾ ਪਾਰਟ ਹੀ ਟਰੂ ਪਲੱਸ ਟਰੂ ਮਿਲਿਆ ਤਾਂ ਇਹਦਾ ਆਨਸਰ ਕੀ ਹੋ ਗਿਆ? ਟਰੂ। ਹੁਣ ਆਪਾਂ ਸੈਕੰਡ ਕੁਐਸਚਨ ਦੇਖਦੇ ਹਾਂ। Pilkington invested some of his own money in the float plant, in his float plant ਕਿ ਜਿਹੜਾ ਪਿਲਕਿੰਗਟਨ ਨੇ ਫਲੋਟ ਪਲਾਂਟ ਵਿੱਚ ਆਪਣੀ ਵੀ ਕੁਝ ਮਨੀ ਇਨਵੈਸਟ ਕੀਤੀ ਸੀ। ਹੁਣ ਇੱਥੇ ਮਨੀ ਦੀ ਗੱਲ ਇਹ ਰਹੀ, ਇਸ ਤੋਂ ਆਪਾਂ ਥੋੜਾ ਉੱਪਰ ਸਕੈਨ ਕਰਨਾ ਸ਼ੁਰੂ ਕਰਾਂਗੇ। Pilkington built a pilot plant in 1953 and by 1955 he had convinced his company to build a full-scale plant. ਇੱਥੇ ਦਾ plant ਆ ਗਿਆ। However, it took him 14 months of non-stop production, costing the company £100,000 a month। ਕਿ ਉਹਦੀ ਕੰਪਨੀ ਨੂੰ ਪਰ ਮੰਥ ਕਿੰਨਾ ਖਰਚਾ ਆਇਆ? £100,000 before the plant produced any usable glass। ਇੱਥੇ ਹੀ ਖਰਚੇ ਦੀ ਗੱਲ ਆਈ ਹੈ, ਇਸ ਤੋਂ ਅੱਗੇ ਖਰਚੇ ਦੀ ਕਿਤੇ ਗੱਲ ਨਹੀਂ ਹੈ। ਹੁਣ ਇੱਥੇ ਆਪਾਂ ਨੂੰ ਖਰਚਾ ਤਾਂ ਮਿਲ ਗਿਆ, ਇਨਵੈਸਟਮੈਂਟ ਮਿਲ ਗਈ, ਫਲੋਟ ਪਲਾਂਟ ਵੀ ਮਿਲ ਗਿਆ, ਕੁਝ ਪਾਰਟ ਦਿੱਤਾ ਹੋਇਆ, ਬਟ ਕੀ ਉਹਦੀ ਮਨੀ ਖੁਦ ਦੀ ਸੀ, ਹਿਸ ਓਨ ਮਨੀ? ਇਹ ਨਹੀਂ ਮਿਲਿਆ। ਦੈਟ ਮੀਨਸ ਆਪਾਂ ਨੂੰ ਕੁਝ ਪਾਰਟ ਟਰੂ ਮਿਲ ਗਿਆ, ਕੁਝ ਪਾਰਟ ਨਹੀਂ ਮਿਲਿਆ, ਦੈਟ ਮੀਨਸ ਨੋਟ ਗਿਵਨ ਹੈ। ਤਾਂ ਆਨਸਰ ਇਹਦਾ ਕੀ ਹੋ ਜਾਏਗਾ? ਥਰਡ ਰੂਲ ਦੇ ਅਕੋਰਡਿੰਗ ਨੋਟ ਗਿਵਨ। ਹੁਣ ਇੱਥੇ ਆਪਾਂ ਇੱਕ ਹੋਰ ਐਗਜ਼ਾਮਪਲ ਦੇਖਦੇ ਹਾਂ। The question is, the FAA was created as a result of the introduction of jet engine। ਕਿ FAA ਦਾ ਜਨਮ ਹੋਇਆ ਸੀ ਜੈਟ ਇੰਜਨ ਦੀ ਇੰਟਰੋਡਕਸ਼ਨ ਦੇ ਨਤੀਜੇ ਵਜੋਂ। ਹੁਣ ਆਪਾਂ ਇਹਦੀ ਲੋਕੇਸ਼ਨ ਲੱਭਦੇ ਹਾਂ। An accident that occurred in the skies over Grand Canyon in 1956 resulted in the establishment of Federal Aviation Administration to regulate and oversee
the operation of aircraft in the skies over the United States। ਹੁਣ ਪੈਰਾਗ੍ਰਾਫ ਵਿੱਚ ਉਹਨਾਂ ਨੇ ਕਿਹਾ ਕਿ ਗ੍ਰੈਂਡ ਕੈਨੀਅਨ ਵਿੱਚ ਸਕਾਈਜ਼ ਵਿੱਚ ਇੱਕ ਐਕਸੀਡੈਂਟ ਹੋਇਆ ਸੀ ਜਿਹਦੇ ਨਤੀਜੇ ਵਜੋਂ FAA ਐਸਟੈਬਲਿਸ਼ ਹੋਇਆ ਸੀ। ਹੁਣ ਕਈ ਬੱਚੇ ਕਹੋਗੇ ਇਹਦਾ ਆਨਸਰ ਨੋਟ ਗਿਵਨ ਹੋਣਾ ਚਾਹੀਦਾ ਕਿਉਂਕਿ ਪੈਰਾਗ੍ਰਾਫ ਵਿੱਚ ਜੈਟ ਇੰਜਨ ਨਹੀਂ ਦਿੱਤਾ ਹੋਇਆ। ਨੋ, ਤੁਸੀਂ ਇਸ ਪਾਰਟ ਨੂੰ ਦੇਖੋ ਕਿ ਇਹਦੀ ਕ੍ਰੀਏਸ਼ਨ ਕਾਦੇ ਵਜੋਂ ਹੋਈ ਸੀ, ਕਿਹਦੇ ਨਤੀਜੇ ਵਜੋਂ ਹੋਈ ਸੀ। ਉਹਦੀ ਕ੍ਰੀਏਸ਼ਨ ਹੋਈ ਸੀ ਸਕਾਈ ਵਿੱਚ ਹੋਣ ਵਾਲੇ ਐਕਸੀਡੈਂਟ ਦੇ ਰਿਜ਼ਲਟ ਵਜੋਂ। ਦੈਟ ਮੀਨਸ ਆਪਾਂ ਨੂੰ ਇਹ ਚੀਜ਼ ਕੰਟਰਾਡਿਕਟ ਕਰਦੀ ਮਿਲ ਗਈ, ਇਹ ਚੀਜ਼ ਫਾਲਸ ਹੈ। ਹੁਣ ਜੇ ਇਹ ਪਾਰਟ ਨਹੀਂ ਵੀ ਦਿੱਤਾ ਹੋਇਆ, ਇਹ ਨੋਟ ਗਿਵਨ ਹੈ, ਤਾਂ ਆਪਣਾ ਕੁਝ ਪਾਰਟ ਤਾਂ ਕੰਟਰਾਡਿਕਟ ਕਰ ਹੀ ਰਿਹਾ। ਉਹ ਕਹਿ ਰਹੇ ਹੈ ਕਿ FAA ਐਸਟੈਬਲਿਸ਼ ਹੋਇਆ ਸੀ ਜੈਟ ਇੰਜਨ ਦੀ ਇੰਟਰੋਡਕਸ਼ਨ ਦੇ ਨਤੀਜੇ ਵਜੋਂ, ਬਟ ਪੈਰਾਗ੍ਰਾਫ ਵਿੱਚ ਦਿੱਤਾ ਹੋਇਆ ਹੈ ਕਿ FAA ਐਸਟੈਬਲਿਸ਼ ਹੋਇਆ ਸੀ ਸਕਾਈ ਵਿੱਚ ਹੋਣ ਵਾਲੇ ਇੱਕ ਐਕਸੀਡੈਂਟ ਦੇ ਨਤੀਜੇ ਵਜੋਂ। ਤਾਂ ਆਨਸਰ ਕਲੀਅਰਲੀ ਕੰਟਰਾਡਿਕਟ ਕਰ ਰਿਹਾ ਹੈ। ਦੈਟ ਮੀਨਸ ਇਸ ਕੁਐਸਚਨ ਦਾ ਆਨਸਰ ਕੀ ਹੋਣਾ ਚਾਹੀਦਾ? ਵੀ ਨੋ ਕਿ ਫਾਲਸ ਪਲਸ ਨੋਟ ਗਿਵਨ ਦਾ ਰੂਲ ਕੀ ਹੁੰਦਾ? ਫਾਲਸ plus not given is equal to false always। ਤਾਂ ਇਹਦਾ ਆਨਸਰ false ਆਏਗਾ, not given ਨਹੀਂ ਆਏਗਾ। clear? Thanks for watching this video guys। next time ਜਦੋਂ ਵੀ ਤੁਸੀਂ true false ਜਾਂ not given ਵਾਲੇ ਕੁਐਸਚਨ ਕਰੋ, ਇਹਨਾਂ ਮੈਥਡਸ ਨੂੰ ਅਪਲਾਈ ਕਰਨ ਦੀ ਕੋਸ਼ਿਸ਼ ਜ਼ਰੂਰ ਕਰੋ ਤੇ ਹੌਲੀ ਹੌਲੀ ਤੁਹਾਨੂੰ ਪ੍ਰੈਕਟਿਸ ਹੋ ਜਾਏਗੀ। Don't forget to hit like, share and subscribe, and also you can follow me on other platforms. All the links are given here, and you can also watch my other videos here. Thank you.